Good morning, students. Welcome to our chemistry class. Today, the topic is bond length, bond order, bond enthalpy, etc. First of all, what is bond length? ਜਿਵੇਂ ਆਪਾਂ ਪਿਛਲੇ ਟੌਪਿਕ 'ਚ ਪੜ੍ਹਿਆ ਸੀ ਕਿ ਕੈਮੀਕਲ ਬੌਂਡ ਹੁੰਦਾ ਕੀ ਹੈ, ਉਹ ਕਿਉਂ ਬਣਦਾ ਹੈ, ਕਿੰਨੇ ਟਾਈਪਸ ਦੇ ਬੌਂਡਸ ਹੁੰਦੇ ਹੈ। ਉਸ ਤੋਂ ਬਾਅਦ ਆ ਜਾਂਦਾ ਵਟ ਇਜ਼ ਬੌਂਡ ਲੈਂਥ। ਸਪੋਜ਼ ਕਰੋ ਇੱਕ ਮੋਲੀਕਿਊਲ ਹੈ ਏ ਬੀ ਏ ਮੈਂ ਐਵੇਂ ਡਰੋ ਕਰਤਾ ਔਰ ਬੀ ਇੱਦਾਂ ਡਰੋ ਕਰਤਾ। ਆ ਏ ਦਾ ਰੇਡੀਅਸ ਹੈ, ਦਿਸ ਵਨ ਇਜ਼ ਬੀ ਦਾ ਰੇਡੀਅਸ। ਆ ਜਿਹੜਾ ਇਹਨਾਂ ਦੇ ਵਿੱਚ ਦੂਰੀ ਹੈ, ਮਤਲਬ ਏ ਦਾ ਰੇਡੀਅਸ ਪਲਸ ਬੀ ਦਾ ਰੇਡੀਅਸ, ਜੇ ਇਹ ਮਿਲਾ ਦਈਏ ਤਾਂ ਇਹ ਕੀ ਬਣ ਗਈ ਬੌਂਡ ਲੈਂਥ। ਮਤਲਬ ਜਿਵੇਂ ਨਾਮ ਤੋਂ ਹੀ ਕਲੀਅਰ ਹੈ, ਬੌਂਡ ਦੀ ਲੰਬਾਈ ਕਿੰਨੀ ਹੈ, ਬੌਂਡ ਦੀ ਲੈਂਥ ਕਿੰਨੀ ਹੈ। Bond length is defined as the equilibrium distance between the nuclei of two bonded atoms in a molecule. ਉਸ ਤੋਂ ਬਾਅਦ ਜਿਵੇਂ ਆਪਾਂ ਇੱਕ ਕੋਵੈਲੈਂਟ ਬੌਂਡ ਨੂੰ ਐਕਸਪਲੇਨ ਕੀਤਾ ਹੈ, ਤਾਂ ਆਹ ਜਿਹੜੀ ਚੀਜ਼ ਹੈ ਇਹਨੂੰ ਮੈਂ ਬੋਲੂੰਗੀ, ਆਹ ਜਿਹੜਾ ਆਪਾਂ ਇੱਥੇ ਲਿਖਿਆ ਦਿਸ ਇਜ਼ ਰੇਡੀਅਸ ਆਫ ਏ, ਦਿਸ ਇਜ਼ ਰੇਡੀਅਸ ਆਫ ਬੀ, ਅਤੇ ਜੇ ਦੋਨਾਂ ਨੂੰ ਆਪਾਂ ਜੋੜ ਦਈਏ ਤਾਂ ਉਹ ਕੀ ਬਣ ਗਈ ਏ ਬੀ ਦੀ ਬੌਂਡ ਲੈਂਥ। ਨੈਕਸਟ ਇਜ਼ ਬੌਂਡ ਐਂਗਲ। ਅੱਗੇ ਜਾ ਕੇ ਆਪਾਂ ਇੱਕ ਟੌਪਿਕ ਕਰਾਂਗੇ ਬੌਂਡ ਪੇਅਰ, ਲੋਨ ਪੇਅਰਸ ਕੀ ਹੁੰਦੇ ਹੈ। ਫੋਰ ਐਗਜ਼ਾਮਪਲ ਸਿੰਪਲ ਜੀ ਗੱਲ ਹੈ, ਉਹ ਡਿਟੇਲ ਸਟੱਡੀ ਆਪਾਂ ਅੱਗੇ ਜਾ ਕੇ ਕਰਨੀ ਹੈ। ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਚੀਜ਼ ਸਮਝੋ, ਜਿਵੇਂ ਨੀਚੇ ਵਾਟਰ ਦੀ ਸਟਰਕਚਰ ਬਣਾਈ ਹੋਈ ਹੈ ਇੱਦਾਂ। ਆ ਜਿਹੜੇ ਆਪਾਂ ਲਾਈਨ ਨਾਲ ਸ਼ੋ ਕਰ ਰਹੇ ਹਾਂ, ਸਿੰਗਲ ਲਾਈਨ ਨਾਲ, ਇਹਨੂੰ ਬੋਲਦੇ ਹਾਂ ਬੌਂਡਿੰਗ ਇਲੈਕਟ੍ਰੋਨਸ। ਐਕਚੁਅਲ ਕੀ ਹੈ, ਆਪਾਂ ਪਹਿਲਾਂ ਕੀਤਾ ਵੀ ਜਿਹੜਾ ਸਿੰਗਲ ਬੌਂਡ ਬਣਦਾ ਹੈ, ਸਿੰਗਲ ਬੌਂਡ ਕਿਵੇਂ ਬਣਦਾ ਹੈ, ਜਦੋਂ ਦੋ ਇਲੈਕਟ੍ਰੋਨਸ ਦੀ ਸ਼ੇਅਰਿੰਗ ਹੈ। ਜਿਵੇਂ ਆ ਹਾਈਡਰੋਜਨ ਦਾ, ਆ ਵੀ ਹਾਈਡਰੋਜਨ ਦਾ, ਆਹ ਵਾਲੀ ਨੂੰ ਆਪਾਂ ਜਦੋਂ ਦੋ ਇਲੈਕਟ੍ਰੋਨਸ ਦਾ ਇੱਕ ਬੌਂਡ ਹੁੰਦਾ ਉਹਨੂੰ ਆਪਾਂ ਬੋਲਦੇ ਹਾਂ ਸਿੰਗਲ ਬੌਂਡ। ਔਰ ਆ ਜਿਹੜੇ ਬਾਕੀ ਬਚ ਗਏ ਆ ਉੱਪਰ 2 ਅਤੇ 2 4, ਇਹਨਾਂ ਨੂੰ ਆਪਾਂ ਬੋਲਦੇ ਹਾਂ ਲੋਨ ਪੇਅਰਸ। ਲੋਨ ਪੇਅਰ ਮਤਲਬ ਉਹ ਵਾਲੇ ਪੇਅਰ ਆਫ ਇਲੈਕਟ੍ਰੋਨਸ ਜਿਹੜੇ ਬੌਂਡਿੰਗ ਵਿੱਚ ਪਾਰਟੀਸਪੇਟ ਨਹੀਂ ਕਰਦੇ। ਤਾਂ ਬੌਂਡ ਐਂਗਲ ਕੀ ਹੁੰਦਾ ਹੈ, ਇਟ ਇਜ਼ ਡਿਫਾਈਨਡ ਐਜ਼ ਦਾ ਐਂਗਲ ਬਿਟਵੀਨ ਦਾ ਔਰਬਿਟਲਸ ਕੰਟੇਨਿੰਗ ਬੌਂਡਿੰਗ ਇਲੈਕਟ੍ਰੋਨ ਪੇਅਰਸ ਅਰਾਊਂਡ ਦਾ ਸੈਂਟਰਲ ਐਟਮ। ਮਤਲਬ ਸੈਂਟਰਲ ਐਟਮ ਕੀ ਹੈ, ਵਿੱਚ ਵਾਲਾ ਐਟਮ, ਉਹ ਕੌਣ ਹੈ, ਆਕਸੀਜਨ। ਹੁਣ ਉਹਦੇ ਜਿਹੜੇ ਬੌਂਡਿੰਗ ਪੇਅਰ ਆਫ ਇਲੈਕਟ੍ਰੋਨਸ ਹੈ, ਉਹਨਾਂ ਦੇ ਵਿੱਚ ਜਿੰਨਾ ਐਂਗਲ ਹੋਊਗਾ ਉਹਨੂੰ ਆਪਾਂ ਬੋਲਦੇ ਹਾਂ ਬੌਂਡ ਐਂਗਲ। ਲੋਨ ਪੇਅਰ ਵਾਲੇ ਨਹੀਂ ਲੈਣੇ, ਸਿਰਫ ਕਿਹੜੇ ਲੈਣੇ ਹੈ, ਬੌਂਡ ਐਂਗਲ, ਬੌਂਡਿੰਗ ਵਾਲੇ ਬੌਂਡ ਪੇਅਰਸ ਦੇ ਵਿੱਚ। ਨੈਕਸਟ ਇਜ਼ ਬੌਂਡ ਐਂਥੈਲਪੀ। ਐਂਥੈਲਪੀ ਵਰਡ ਕਿਤੇ ਵੀ ਆ ਜੇ ਉਹਦਾ ਮਤਲਬ ਹੁੰਦਾ ਐਨਰਜੀ। ਤਾਂ ਉਹ ਵਾਲੀ ਐਨਰਜੀ ਕਿੰਨੀ ਆਪਾਂ ਨੂੰ ਚਾਹੀਦੀ ਹੈ, ਜੇ ਆਪਾਂ 1 ਮੋਲ ਕਿਸੇ ਬੌਂਡ ਦੇ ਤੋੜਨੇ ਹੈ ਬਿਟਵੀਨ 2 ਐਟਮਸ ਇਨ ਗੈਸੀਅਸ ਸਟੇਟ। ਫੋਰ ਐਗਜ਼ਾਮਪਲ ਮੈਂ ਲਿਖਿਆ H2 ਗੈਸ, ਇਹਨੂੰ ਤੋੜਨਾ ਚਾਹੁੰਦੇ ਹਾਂ। ਤੋੜ ਕੇ ਕੀ ਬਣਾਤਾ, ਇੱਕ ਹਾਈਡਰੋਜਨ ਐਟਮ ਅਤੇ ਦੂਸਰਾ ਵੀ ਹਾਈਡਰੋਜਨ ਐਟਮ। ਤਾਂ ਜਿਹੜੀ ਐਨਰਜੀ ਇੱਕ ਮੋਲੀਕਿਊਲ ਨੂੰ, 1 ਮੋਲ ਦੇ ਮੋਲੀਕਿਊਲ ਨੂੰ ਉਹਦੇ ਕੰਸਟੀਚੂਐਂਟ ਐਟਮਸ ਵਿੱਚ ਤੋੜਨ ਨੂੰ ਚਾਹੀਦੀ ਹੈ, ਉਹਨੂੰ ਆਪਾਂ ਬੋਲਦੇ ਆ ਬੌਂਡ ਐਂਥੈਲਪੀ। ਤਾਂ ਇਹਨੂੰ ਮੈਂ ਡਿਨੋਟ ਕਰੂੰਗੀ ਡੈਲਟਾ H। ਡੈਲਟਾ H ਹੁੰਦਾ ਚੇਂਜ, ਕਿਸੇ ਵੀ ਤਰ੍ਹਾਂ ਦੀ ਚੇਂਜ ਇਨ ਐਂਥੈਲਪੀ। ਐਂਥੈਲਪੀ ਮਤਲਬ ਐਨਰਜੀ। ਤਾਂ ਕਿੰਨੀ ਐਨਰਜੀ ਚਾਹੀਦੀ ਹੈ, ਜੇ ਆਪਾਂ 1 ਮੋਲ ਬੌਂਡ ਤੋੜਨੇ ਹੈ ਕਾਹਦੇ ਵਿੱਚ, ਉਹਦੇ ਗੈਸੀਅਸ ਐਟਮਸ ਦੇ ਵਿੱਚ, ਤਾਂ ਉਹਨੂੰ ਜਿਹੜੀ ਐਨਰਜੀ ਚਾਹੀਦੀ ਹੈ ਦੈਟ ਇਜ਼ ਨੋਨ ਐਜ਼ ਬੌਂਡ ਐਂਥੈਲਪੀ। ਤਾਂ ਜੇ ਮੈਂ ਇੱਥੇ O2 ਦੀ ਲਿਖੂੰਗੀ ਤਾਂ ਉਹ ਵੈਲਿਊ ਹੈ 498, N2 ਦੀ ਲਿਖੀ ਤਾਂ ਉਹ ਵੈਲਿਊ ਹੈ 946। ਤਾਂ ਤਿੰਨਾਂ 'ਚ ਇੱਕ ਚੀਜ਼ ਧਿਆਨ ਨਾਲ ਦੇਖੋ, H2 ਵਿੱਚ
435 435, O2 ਵਿੱਚ 498 ਐਂਡ N2 ਵਿੱਚ 946। ਕੀ ਹੋ ਰਿਹਾ ਹੈ ਵੀ ਇਹਦੇ ਵਿੱਚ ਘੱਟ ਹੈ, ਇਹਦੇ 'ਚ ਉਸ ਤੋਂ ਜ਼ਿਆਦਾ, ਇਹਦੇ 'ਚ ਉਸ ਤੋਂ ਜ਼ਿਆਦਾ। ਜੇ ਪਿਛਲਾ ਟੌਪਿਕ ਯਾਦ ਹੋਵੇ ਤਾਂ ਉਹਦੇ 'ਚ ਆਪਾਂ ਕੋਵੈਲੈਂਟ ਬੌਂਡ 'ਚ ਕੀਤਾ ਸੀ ਕਿ ਹਾਈਡਰੋਜਨ ਮੋਲੀਕਿਊਲ ਦੇ ਵਿੱਚ ਸਿੰਗਲ ਬੌਂਡ ਹੁੰਦਾ ਹੈ, ਆਕਸੀਜਨ ਦੇ ਵਿੱਚ ਡਬਲ ਹੁੰਦਾ ਹੈ, ਨਾਈਟ੍ਰੋਜਨ ਦੇ ਵਿੱਚ ਟ੍ਰਿਪਲ ਬੌਂਡ ਹੁੰਦਾ। ਤਾਂ ਉਹ ਕਹਾਣੀ ਯਾਦ ਹੈ ਯੂਨਿਟੀ ਇਜ਼ ਸਟਰੈਂਥ ਵਾਲੀ। ਯੂਨਿਟੀ ਸਟਰੈਂਥ ਕੀ ਸੀ ਕਹਾਣੀ? ਛੋਟੇ ਹੁੰਦੇ ਆਪਾਂ ਸਾਰਿਆਂ ਨੇ ਸੁਣੀ ਹੈ ਵੀ ਇੱਕ ਫਾਦਰ ਆਪਣੇ ਬੱਚਿਆਂ ਨੂੰ ਕਹਿੰਦਾ ਸੀ ਵੀ ਜੇ ਇਕੱਠੇ ਰਹੋਗੇ ਤਾਂ ਤੁਹਾਨੂੰ ਕੋਈ ਤੋੜ ਨਹੀਂ ਸਕੇਗਾ। ਸੇਮ ਇਜ਼ ਦਾ ਕੇਸ, ਜਿੰਨੇ ਬੌਂਡ ਜ਼ਿਆਦਾ ਹੋਣਗੇ ਓਨਾ ਉਹਨੂੰ ਤੋੜਨਾ ਔਖਾ, ਜਿੰਨਾ ਉਹਨੂੰ ਤੋੜਨਾ ਔਖਾ ਓਨੀ ਐਨਰਜੀ ਜ਼ਿਆਦਾ ਦੇਣੀ ਪਊਗੀ। ਤਾਂ ਗੱਲ ਕੀ ਬਣੀ ਵੀ ਜੇ ਆਪਾਂ ਕਹੀਏ ਵੀ ਟ੍ਰਿਪਲ ਬੌਂਡ ਹੈ ਤਾਂ ਉਹਦੇ ਵਿੱਚ ਬੌਂਡ ਅੰਥਾਲਪੀ ਜ਼ਿਆਦਾ ਹੋਊਗੀ, ਕਿਹਦੇ ਨਾਲੋਂ? ਡਬਲ ਨਾਲੋਂ, ਫਿਰ ਕਿਹਦੇ ਨਾਲੋਂ? ਸਿੰਗਲ ਨਾਲੋਂ। ਕਲੀਅਰ? ਇਹ ਵੈਲਿਊਜ਼ ਲਰਨ ਕਰ ਲੈਣੀ ਹੈ ਤਾਂ ਕਿ ਕਿਤੇ ਐਗਜ਼ਾਮਪਲ ਦੇਣੀ ਪੈ ਜਾਏ ਤਾਂ ਤੁਹਾਨੂੰ ਇਹ ਯਾਦ ਹੋ। ਉਸ ਤੋਂ ਬਾਅਦ ਇਹ ਆਪਾਂ ਗੱਲ ਕਰ ਰਹੇ ਸੀ ਹੋਮੋਅਟੋਮਿਕ ਮੋਲੀਕਿਊਲਸ ਦੀ। ਹੋਮੋਅਟੋਮਿਕ ਕੌਣ ਹੁੰਦੇ ਹੈ? ਜਿਹੜੇ ਇੱਕੋ ਵਰਗੇ ਹੋਣ। ਹੋਮੋ ਮੀਨਸ ਇੱਕੋ ਵਰਗੇ ਮੋਲੀਕਿਊਲਸ ਜਿਹੜੇ ਹੈ ਉਹਨਾਂ ਨੂੰ ਆਪਾਂ ਬੋਲਦੇ ਹਾਂ ਹੋਮੋਅਟੋਮਿਕ ਮੋਲੀਕਿਊਲ, ਜਿਹਦੇ ਵਿੱਚ ਐਟਮ ਜਿਹੜੇ ਹੈ ਉਹ ਸਿਮਿਲਰ ਹੋਣ। ਹੋਮੋ ਮਤਲਬ ਸੇਮ, ਅਟੋਮਿਕ ਮਤਲਬ ਐਟਮਸ, ਜਿਹਦੇ ਵਿੱਚ ਸੇਮ ਐਟਮਸ ਹੋਣ ਉਹਨੂੰ ਬੋਲਦੇ ਹਾਂ ਹੋਮੋਅਟੋਮਿਕ। ਅਤੇ ਜਿਵੇਂ ਮੈਂ ਕਹਾਂ ਹੈਟਰੋਅਟੋਮਿਕ, ਜਿਹਦੇ ਵਿੱਚ ਡਿਫਰੈਂਟ ਹੋਣ, ਜਾਂ ਪੋਲੀਅਟੋਮਿਕ। ਪੋਲੀ ਮਤਲਬ ਜ਼ਿਆਦਾ ਐਟਮਸ ਤੋਂ ਮਿਲ ਕੇ ਬਣਿਆ। ਜਿਵੇਂ ਫੋਰ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ H2O ਦੀ। H2O ਵਿੱਚ ਆਪਾਂ ਨੂੰ ਪਤਾ ਹੈ ਕਿ ਜਿਵੇਂ ਹੁਣੇ ਆਪਾਂ ਕੀਤਾ 2 OH ਬੌਂਡ ਹੈ, ਤਾਂ ਤੁਹਾਡੇ ਦਿਮਾਗ 'ਚ ਆਉਣਾ ਚਾਹੀਦਾ ਵੀ ਜਿੰਨੀ ਐਨਰਜੀ ਇਹਨੂੰ ਤੋੜਨ ਨੂੰ ਚਾਹੀਦੀ ਹੈ ਉਨੀ ਇਹਨੂੰ ਚਾਹੀਦੀ ਹੋਊਗੀ, ਬਟ ਨਹੀਂ। ਜਿਵੇਂ ਦੇਖੋ ਇਹਦੇ ਵਿੱਚ H2O ਜਦੋਂ ਪਹਿਲਾਂ ਟੁੱਟਦਾ ਹੈ ਉਹ ਦਿੰਦਾ H ਅਤੇ OH, ਉਹਦੇ ਵਿੱਚ ਐਨਰਜੀ ਕਿੰਨੀ ਚਾਹੀਦੀ ਹੈ? 502। ਫਿਰ ਜਿਹੜਾ ਆਹ ਵਾਲਾ OH ਹੈ ਅਗਲਾ, ਆਹ ਵਾਲਾ ਜਦੋਂ ਇਹ ਟੁੱਟੇਗਾ ਕਾਹਦੇ ਵਿੱਚ? H ਅਤੇ O 'ਚ, ਹੁਣ ਕਿੰਨੀ ਚਾਹੀਦੀ ਹੈ? 427। ਤਾਂ ਫਿਰ ਕੀ ਗੱਲ ਬਣੀ ਵੀ ਇੱਕ OH ਬੌਂਡ ਬਣਨ ਵਿੱਚ ਹੋਰ ਚਾਹੀਦੀ ਸੀ H, ਮਤਲਬ H ਅਤੇ OH ਟੁੱਟਣ ਵਿੱਚ, ਦੂਸਰੇ OH ਨੂੰ ਟੁੱਟਣ ਵਿੱਚ ਐਨਰਜੀ ਡਿਫਰੈਂਟ ਚਾਹੀਦੀ ਹੈ। ਫਿਰ ਆਪਾਂ ਡਿਫਰੈਂਟ ਹੈ ਤਾਂ ਫਿਰ ਇਹਨਾਂ ਨੂੰ ਕਿਵੇਂ ਲਵਾਂਗੇ? ਇਹਦੀ ਐਨਰਜੀ ਕਿੰਨੀ ਲਵਾਂਗੇ? ਤਾਂ ਇਹੋ ਜਿਹੇ ਕੇਸਿਸ, ਪੋਲੀਅਟੋਮਿਕ ਕੇਸਿਸ ਦੇ ਵਿੱਚ ਜਦੋਂ ਡਿਫਰੈਂਟ ਐਨਰਜੀਜ਼ ਚਾਹੀਦੀਆਂ ਹੋਣ ਡਿਫਰੈਂਟ ਸਟੈਪਸ ਦੇ ਵਾਸਤੇ, ਤਾਂ ਵਰਡ ਆਪਾਂ ਯੂਜ਼ ਕਰਦੇ ਆ ਮੀਨ ਜਾਂ ਐਵਰੇਜ ਬੌਂਡ ਐਂਥੈਲਪੀ। ਜਿਵੇਂ ਤੁਸੀਂ 10th 'ਚ ਵਰਡ ਪੜ੍ਹਿਆ ਹੋਣਾ, ਐਵਰੇਜ ਆਪਾਂ ਕਿਸੇ ਚੀਜ਼ ਦੀ ਲੈਂਦੇ ਹਾਂ ਤਾਂ ਉਹਦਾ ਆਨਸਰ ਫਿਰ ਕੀ ਆਏਗਾ? 502 + 427 ਡਿਵਾਈਡ ਬਾਈ 2। ਦਾ ਆਨਸਰ ਇਜ਼ 464.5 kJ। Is that clear? Yes. The next is what is bond order? Bond order मतलब ਆ ਦੇਖੋ, ਜਿਵੇਂ ਇਹਦੇ ਵਿੱਚ ਇੱਕ ਸਿੰਗਲ ਲਾਈਨ ਹੈ। ਸਿੰਗਲ ਲਾਈਨ ਮਤਲਬ 2 ਇਲੈਕਟ੍ਰੋਨਸ ਤੋਂ ਮਿਲ ਕੇ ਇੱਕ ਬੌਂਡ ਬਣਿਆ, ਤਾਂ ਮੈਂ ਬੋਲੂੰਗੀ ਇਹਦਾ ਬੌਂਡ ਆਰਡਰ ਕਿੰਨਾ ਹੈ? 1। ਇਹਦਾ ਬੌਂਡ ਆਰਡਰ ਕਿੰਨਾ ਹੈ? ਕਿੰਨੇ ਬੌਂਡਸ ਹੈ? 2। ਇਹਦਾ ਬੌਂਡ ਆਰਡਰ ਕਿੰਨਾ ਹੈ? 3। ਕਲੀਅਰ? ਤਾਂ ਇਹਨੂੰ ਬੋਲਦੇ ਆ ਬੌਂਡ ਆਰਡਰ। ਬੇਟੇ ਮਲਟੀਪਲ ਚੋਇਸ ਕੁਐਸਚਨਸ ਜਿਵੇਂ ਅੱਗੇ ਜਾ ਕੇ ਆ ਜਾਂਦੇ ਆ ਜਾਂ 1 ਮਾਰਕ ਕੁਐਸਚਨਸ, ਤਾਂ ਐਵੇਂ ਦੇ ਕੁਐਸਚਨਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਵੇਂ ਆਹ ਲਾਈਨ ਲਿਖੀ ਹੈ ਉਹਨੇ, ਆਈਸੋ ਇਲੈਕਟ੍ਰੋਨਿਕ ਮੋਲੀਕਿਊਲਸ ਐਂਡ ਆਇਨਸ ਹੈਵ ਆਈਡੈਂਟੀਕਲ ਬੌਂਡ ਆਰਡਰ। ਇਹਦਾ ਕੀ ਮਤਲਬ ਹੈ? ਆਈਸੋ ਇਲੈਕਟ੍ਰੋਨਿਕ ਆਇਨਸ, ਆਈਸੋ ਇਲੈਕਟ੍ਰੋਨਿਕ ਮੋਲੀਕਿਊਲਸ ਐਂਡ ਆਇਨਸ ਮਤਲਬ ਦੇਖੋ ਧਿਆਨ ਨਾਲ ਸਮਝੋ। ਆ 2 ਐਗਜ਼ਾਮਪਲਸ ਉਹਨੇ ਦਿੱਤੀਆਂ। ਆਈਸੋ ਦਾ ਮਤਲਬ ਹੁੰਦਾ ਹੈ ਸੇਮ ਇਲੈਕਟ੍ਰੋਨਸ, ਜਿਨ੍ਹਾਂ ਵਿੱਚ ਸੇਮ ਇਲੈਕਟ੍ਰੋਨਸ ਹੋਣ। ਕਿਵੇਂ? ਇੱਕ ਫਲੋਰੀਨ ਹੈ, ਫਲੋਰੀਨ ਕੋਲੇ 9 ਇਲੈਕਟ੍ਰੋਨ ਹੁੰਦੇ ਆ, ਤਾਂ 2 ਕੋਲ ਕਿੰਨੇ ਹੋ ਗਏ? 18। ਇੱਕ ਆਕਸੀਜਨ ਹੈ ਆਹ ਵਾਲਾ, ਇੱਕ ਜਿਹੜਾ ਆਕਸੀਜਨ ਹੈ ਉਹਦੇ ਕੋਲੇ ਹੁੰਦੇ ਆ 8। ਐਟੋਮਿਕ ਨੰਬਰ ਕਿੰਨਾ? 8। 8 ਮਲਟੀਪਲਾਈ ਬਾਈ 2 16। ਅਤੇ ਆਹ 2 ਕੀ ਹੈ? 2 ਇਹਨੇ ਹੋਰ ਗੇਨ ਕੀਤੇ ਹੋਏ ਹੈ, ਤਾਂ 16 + 2 ਕਿੰਨਾ ਆ ਗਿਆ? 18।
ਹੁਣ ਕੀ ਧਿਆਨ ਰੱਖਣ ਦੀ ਲੋੜ ਹੈ, ਜੇ ਹੁਣ ਤੁਹਾਨੂੰ ਨਾ ਪਤਾ ਹੁੰਦਾ ਇਸ ਚੀਜ਼ ਦਾ, ਤੁਸੀਂ ਕੀ ਕਰਨਾ ਸੀ, ਤੁਸੀਂ ਦਿਮਾਗ 'ਚ ਸੀਗਾ ਵੀ O2 ਦਾ ਬੌਂਡ ਆਰਡਰ ਹੁੰਦਾ ਜੀ 2, ਆਹ ਚੀਜ਼ ਆਪਾਂ ਨੂੰ ਯਾਦ ਹੈ। ਤਾਂ O2 2 ਨੈਗੇਟਿਵ ਦਾ ਵੀ ਤੁਹਾਡੇ ਦਿਮਾਗ 'ਚ ਆਉਣਾ ਸੀ ਵੀ ਬੌਂਡ ਆਰਡਰ ਕਿੰਨਾ ਹੋਣਾ ਚਾਹੀਦਾ 2, ਬਟ ਉਹ ਤੁਹਾਡਾ ਆਨਸਰ ਗਲਤ ਹੋ ਜਾਣਾ ਚਾਹੀਦਾ ਸੀ। ਤਾਂ ਤੁਹਾਨੂੰ ਸਿੰਪਲ ਪਹਿਲਾਂ ਆਹ ਵਾਲੇ ਨੋਰਮਲ ਹੋਮੋਮੋਲੀਕਿਊਲਸ ਦੀ ਜੇ ਬੌਂਡ ਆਰਡਰ ਪਤਾ ਹੋਣਗੇ ਤਾਂ ਤੁਹਾਨੂੰ ਉਹਨਾਂ ਦੇ ਨੰਬਰ ਆਫ ਇਲੈਕਟ੍ਰੋਨਸ ਪਤਾ ਹੋਣੇ ਚਾਹੀਦੇ ਆ। ਤਾਂ ਜਿੰਦੇ ਹੁਣ ਤੁਸੀਂ ਇੱਧਰ ਦੇਖੋ, ਜਿਵੇਂ ਇਹਦੇ ਵਿੱਚ 16 ਇਲੈਕਟ੍ਰੋਨਸ ਹੈ, ਤਾਂ ਜਿਹੜਾ ਵੀ ਆਇਨ ਜਿਹਦੇ 16 ਇਲੈਕਟ੍ਰੋਨ ਬਣ ਜਾਣਗੇ, ਚਾਹੇ ਗੇਨ ਕਰਕੇ ਇਲੈਕਟ੍ਰੋਨ ਚਾਹੇ ਲੂਜ਼ ਕਰਕੇ, ਉਹਦਾ ਬੌਂਡ ਆਰਡਰ 2 ਆਏਗਾ। ਇਹਦੇ ਵਿੱਚ ਹੁਣ ਕਿੰਨੇ ਹੈ 18 ਅਤੇ 18। F2 ਦਾ ਬੌਂਡ ਆਰਡਰ, F2 ਦੀ ਸਟਰਕਚਰ ਇੱਦਾਂ ਹੁੰਦੀ ਹੈ, ਤਾਂ ਇਹਦਾ ਬੌਂਡ ਆਰਡਰ 1 ਹੁੰਦਾ। ਕਿਉਂਕਿ ਇਹਦਾ 1 ਹੁੰਦਾ, ਇਹਦੇ ਕੋਲ 18 ਇਲੈਕਟ੍ਰੋਨ ਹੈ, ਸੋ ਇਹਦਾ ਵੀ ਕਿੰਨਾ ਹੋਏਗਾ 1, ਨੋਟ 2, ਆਨਸਰ ਵਿਲ ਬੀ 1। ਉਵੇਂ ਹੀ ਦੇਖੋ N2 ਹੈ, N2 'ਚ 7 + 7 ਅਟੋਮਿਕ ਨੰਬਰ ਕਿੰਨਾ ਹੈ 7, 7 ਨੰਬਰ ਆਫ ਇਲੈਕਟ੍ਰੋਨ ਕਿੰਨੇ ਹੋ ਗਏ 7, 7 + 7 14। ਕਾਰਬਨ ਮੋਨੋਆਕਸਾਈਡ, ਕਾਰਬਨ ਦਾ ਅਟੋਮਿਕ ਨੰਬਰ 6, ਆਕਸੀਜਨ ਦਾ ਅਟੋਮਿਕ ਨੰਬਰ 8, ਇਹ ਵੀ ਕਿੰਨਾ ਆ ਗਿਆ 14। NO1 ਪੋਜ਼ੀਟਿਵ, N ਦਾ ਕਿੰਨਾ 7, O ਦਾ ਕਿੰਨਾ 8, ਪਲੱਸ ਦਾ ਮਤਲਬ ਉਹਨੇ ਇੱਕ ਇਲੈਕਟ੍ਰੋਨ ਲੂਜ਼ ਕੀਤਾ ਹੋਇਆ -1, ਆਨਸਰ ਵਿਲ ਬੀ 14। ਸੋ ਤਿੰਨਾਂ ਦਾ ਬੌਂਡ ਆਰਡਰ, ਹੁਣ ਆਪਾਂ ਨੂੰ ਪਤਾ ਹੈ ਕਿ ਨਾਈਟ੍ਰੋਜਨ ਦਾ ਬੌਂਡ ਆਰਡਰ ਕਿੰਨਾ 3, ਸੋ ਇਹਨਾਂ ਦਾ ਵੀ ਕਿੰਨਾ ਹੋਏਗਾ 3। ਅਗਲਾ ਟੌਪਿਕ ਹੈ ਰੈਜ਼ੋਨੈਂਸ ਸਟਰਕਚਰਸ। ਰੈਜ਼ੋਨੈਂਸ ਸਟਰਕਚਰ ਕੀ ਹੁੰਦੀ ਹੈ, ਧਿਆਨ ਨਾਲ ਸਮਝੋ। ਜਿਵੇਂ ਮੈਂ ਗੱਲ ਕੀਤੀ ਓਜ਼ੋਨ ਦੀ, ਸਾਰਿਆਂ ਨੇ ਸੁਣਿਆ ਹੋਏਗਾ ਓਜ਼ੋਨ ਬਾਰੇ, ਇਹ ਸਭ ਨੇ ਸੁਣਿਆ ਓਜ਼ੋਨ ਲੇਅਰ ਡਿਪਲੀਟ ਹੋ ਰਹੀ ਹੈ ਨਾ ਕਲੋਰੋਫਲੋਰੋਕਾਰਬਨਸ ਕਰਕੇ। ਹੁਣ ਓਜ਼ੋਨ ਦੀ ਸਟਰਕਚਰ ਜੇ ਮੈਂ ਬਣਾਵਾਂ ਤਾਂ ਉਹ ਇੱਦਾਂ ਹੁੰਦੀ ਹੈ। You can do it from here also। ਦੇਖੋ ਜਿਹੜਾ O ਸਿੰਗਲ ਬੌਂਡ ਹੈ, ਉਹਦੀ ਬੌਂਡ ਲੈਂਥ ਹੈ 148 ਪੀਕੋਮੀਟਰ। ਪੀਕੋਮੀਟਰ ਹੁੰਦਾ ਹੈ 10 ਦੀ ਪਾਵਰ -12 ਮੀਟਰ, ਠੀਕ ਹੈ। ਤਾਂ ਬੌਂਡ ਲੈਂਥ ਦੇ ਯੂਨਿਟਸ ਆ। ਆ ਵੀ ਕੀ ਆ ਗਿਆ, ਇੱਧਰ ਡਬਲ ਬੌਂਡ ਹੈ, ਇਹਦੀ ਦੇਖੋ ਕਿੰਨੀ ਹੈ 121 ਪੀਕੋਮੀਟਰ। ਜੇ ਇਹਨੂੰ ਮੈਂ ਉਲਟਾ ਕੇ ਲਿਖ ਦਿਆਂ ਵੀ ਇੱਧਰ ਡਬਲ ਕਰਦਾ ਤਾਂ ਮੈਂ ਕੀ ਲਿਖੂੰਗੀ 121, ਇੱਧਰ ਸਿੰਗਲ ਕਰਦਾ ਤਾਂ ਮੈਂ 148। ਤਾਂ ਫਿਰ ਇਸ ਹਿਸਾਬ ਨਾਲ ਓਜ਼ੋਨ ਦੇ ਵਿੱਚ ਦੋ ਤਰ੍ਹਾਂ ਦੀਆਂ ਬੌਂਡ ਲੈਂਥਸ ਹੋਣੀਆਂ ਚਾਹੀਦੀਆਂ, ਇੱਕ 148 ਔਰ ਇੱਕ 121। ਬਟ ਨਹੀਂ, ਜਦੋਂ ਓਜ਼ੋਨ ਮੋਲੀਕਿਊਲ ਦੀ ਸਟਰਕਚਰ ਨੂੰ ਸਟੱਡੀ ਕੀਤਾ ਜਾਂਦਾ ਹੈ ਤਾਂ ਉਹਦੀਆਂ ਦੋਨੋਂ ਬੌਂਡ ਲੈਂਥ ਸੇਮ ਹੁੰਦੀਆਂ। ਕਿੰਨੀਆਂ 128 ਪੀਕੋਮੀਟਰ, ਆ ਵੀ 128 ਪੀਕੋਮੀਟਰ। ਤਾਂ ਇਹਦਾ ਮਤਲਬ ਕੀ ਹੋਇਆ, ਇਹਦਾ ਮਤਲਬ ਇਹ ਨਹੀਂ ਵੀ ਇੱਕ ਬੌਂਡ ਸਿੰਗਲ ਹੈ, ਕਦੇ ਉਹ ਡਬਲ ਹੋ ਜਾਂਦਾ, ਕਦੇ ਉਹ ਸਿੰਗਲ ਹੈ, ਕਦੇ ਆਹ ਡਬਲ ਹੋ ਜਾਂਦਾ, ਨੋ। ਤਾਂ ਇਹਨੂੰ ਮੈਂ ਕਿਵੇਂ, ਇਹਨੂੰ ਆਪਾਂ ਐਕਸਪਲੇਨ ਕਰਨਾ ਤਾਂ ਆਪਾਂ ਕੀ ਕਹਾਂਗੇ, ਜਦੋਂ ਕਿਸੇ ਇੱਕ ਮੋਲੀਕਿਊਲ ਦੀ ਕੁਝ ਪ੍ਰੋਪਰਟੀਜ਼ ਜਿਵੇਂ ਬੌਂਡ ਲੈਂਥ ਨੂੰ ਆਪਾਂ ਉਹਦੀ ਇੱਕ ਸਟਰਕਚਰ ਨਾਲ ਐਕਸਪਲੇਨ ਨਾ ਕਰ ਸਕੀਏ ਤਾਂ ਆਪਾਂ ਨੂੰ ਇੱਕ ਤੋਂ ਜ਼ਿਆਦਾ ਉਹਦੀਆਂ ਸਟਰਕਚਰਸ ਬਣਾਉਣੀਆਂ ਪੈਂਦੀਆਂ ਹਨ ਤਾਂ ਕਿ ਉਹਦੀਆਂ ਪ੍ਰੋਪਰਟੀਜ਼ ਨੂੰ ਆਪਾਂ ਐਕਸਪਲੇਨ ਕਰ ਸਕੀਏ। ਤਾਂ ਜਿਹੜੀਆਂ ਉਹ ਆਪਾਂ ਨੰਬਰ ਆਫ ਸਟਰਕਚਰਸ ਬਣਾਉਂਦੇ ਹਾਂ ਉਹਨਾਂ ਨੂੰ ਆਪਾਂ ਬੋਲਦੇ ਹਾਂ ਕੈਨੋਨੀਕਲ ਸਟਰਕਚਰਸ ਜਾਂ ਰੈਜ਼ੋਨੇਟਿੰਗ ਸਟਰਕਚਰਸ। ਔਰ ਆਹ ਜਿਹੜੀ ਹੁੰਦੀ ਹੈ ਇਹਨੂੰ ਬੋਲਦੇ ਹਾਂ ਰੈਜ਼ੋਨੈਂਸ ਹਾਈਬ੍ਰਿਡ। ਤਾਂ ਜਿਹੜੀ ਇਨ ਬਿਟਵੀਨ ਸਟਰਕਚਰ ਬਣ ਜਾਂਦੀ ਹੈ ਉਹਨੂੰ ਬੋਲਦੇ ਹਾਂ ਰੈਜ਼ੋਨੈਂਸ ਹਾਈਬ੍ਰਿਡ। ਤਾਂ ਮੈਂ ਹੁਣ ਕੀ ਕਹੂੰਗੀ ਕਿ ਜਿਹੜੀਆਂ ਨੰਬਰ 1 ਅਤੇ 2 ਹੈ ਇਹਨਾਂ ਨੂੰ ਬੋਲਦੇ ਆ ਰੈਜ਼ੋਨੇਟਿੰਗ ਸਟਰਕਚਰਸ ਜਾਂ ਕੈਨੋਨੀਕਲ ਸਟਰਕਚਰਸ, ਔਰ ਨੰਬਰ 3 ਨੂੰ ਆਪਾਂ ਬੋਲਦੇ ਹਾਂ ਰੈਜ਼ੋਨੈਂਸ ਹਾਈਬ੍ਰਿਡ। ਹੋਪਫੁਲੀ ਤੁਹਾਨੂੰ ਇਹ ਟੌਪਿਕ ਹੁਣ ਤੱਕ ਸਮਝ ਆ ਗਿਆ ਹੋਣਾ। ਬੁੱਕ ਤਾਂ ਆ ਵਾਲੀ ਹੈ ਬੇਟਾ ਜਿਹੜੀ ਸਕੂਲ ਤੋਂ ਤੁਹਾਨੂੰ ਮਿਲੀ ਹੋਈ ਹੈ। ਇਸ ਤੋਂ ਬਾਅਦ ਜੇ ਕਿਸੇ ਕੋਲੇ ਮਾਡਰਨ ਹੈ ਤਾਂ ਪਲੀਜ਼ ਥੋੜ੍ਹਾ ਉਹਦੇ 'ਚੋਂ ਵੀ ਸਟੱਡੀ ਕਰ ਲੈਣਾ, ਫਿਰ ਕੌਨਸੈਪਟ ਤੁਹਾਡਾ ਹੋਰ ਸਟਰੋਂਗ ਹੋ ਜਾਏਗਾ ਇਫ ਯੂ ਰੀਡ ਮਾਡਰਨ ਬੁੱਕ ਆਲਸੋ। ਸੋ ਥੈਂਕਸ, ਹੈਵ ਅ ਨਾਈਸ ਡੇ, ਸਟੇ ਹੋਮ, ਸਟੇ ਸੇਫ।